ਹੈਲੋ एवरीवन ਵੈਲਕਮ ਬੈਕ ਮਾਈ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ। ਅੱਜ ਦੀ ਇਸ ਕਲਾਸ ਵਿੱਚ ਆਪਾਂ ਪੋਲਿਟੀ ਦੇ ਰਿਲੇਟਡ ਕੁਐਸਚਨਸ ਕਵਰ ਕਰਾਂਗੇ। ਆਪਾਂ ਸਿਰਫ ਉਹੀ ਕੁਐਸਚਨਸ ਡਿਸਕਸ ਕਰਾਂਗੇ ਜੋ ਵਾਰ-ਵਾਰ ਐਗਜ਼ਾਮ ਵਿੱਚ ਰਿਪੀਟ ਹੋ ਰਹੇ ਨੇ। ਜੇ ਆਪਾਂ ਗੱਲ ਕਰੀਏ ਜਾਂ ਇਸ ਮੰਥ ਜਾਂ ਪਿਛਲੇ ਮੰਥ ਦੀ, ਤਾਂ ਐਗਜ਼ਾਮ ਦੇ ਵਿੱਚ ਸੰਵਿਧਾਨ ਦੇ ਆਰਟੀਕਲ ਦੇ ਰਿਲੇਟਡ ਬਹੁਤ ਕੁਐਸਚਨਸ ਪੁੱਛੇ ਜਾ ਰਹੇ ਨੇ। ਇਸ ਲਈ ਮੈਂ ਤੁਹਾਨੂੰ ਅੱਜ ਦੀ ਇਸ ਕਲਾਸ ਵਿੱਚ ਸੰਵਿਧਾਨ ਸੰਸ਼ੋਧਨ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨਸ ਕਵਰ ਕਰਵਾਵਾਂਗਾ। ਸੋ ਇਸ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਸਟੂਡੈਂਟ ਇਸ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣ ਤਾਂ ਜੋ ਅੱਗੇ ਆਉਣ ਵਾਲੀ ਕਲਾਸਿਸ ਦਾ ਤੁਹਾਨੂੰ ਟਾਈਮ ਟੂ ਟਾਈਮ ਪਤਾ ਲੱਗਦਾ ਰਹੇ। ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦਾ ਕੁਐਸਚਨ ਨੰਬਰ 1, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਬਾਰੇ ਦੱਸਦਾ ਹੈ ਕਿ ਭਾਰਤ ਰਾਜਾਂ ਦਾ ਸੰਘ ਹੈ। ਠੀਕ ਹੈ, ਇਸ ਦੇ ਆਪਸ਼ਨ ਨੇ ਅਨੁਛੇਦ ਨੰਬਰ 1, ਅਨੁਛੇਦ ਨੰਬਰ 3, ਅਨੁਛੇਦ ਨੰਬਰ 2 ਜਾਂ ਅਨੁਛੇਦ ਨੰਬਰ 4। ਠੀਕ ਹੈ ਜੀ, ਕਿਹੜਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਬਾਰੇ ਦੱਸਦਾ ਹੈ ਕਿ ਭਾਰਤ ਰਾਜਾਂ ਦਾ ਸੰਘ ਹੈ। ਇਸ ਦਾ ਉੱਤਰ ਕੀ ਹੋਵੇਗਾ? ਇਸ ਦਾ ਉੱਤਰ ਹੈ ਜੀ ਆਪਣਾ ਆਪਸ਼ਨ ਨੰਬਰ ਏ, ਅਨੁਛੇਦ ਨੰਬਰ 1। ਠੀਕ ਹੈ, ਅੱਗੇ ਜਿਹੜਾ ਆਪਣਾ ਅਨੁਛੇਦ ਨੰਬਰ 2 ਹੈ, ਇਸ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ ਹੈ? ਇਸ ਵਿੱਚ ਨਵੇਂ ਰਾਜਾਂ ਦੇ ਗਠਨ ਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਨਵੇਂ ਰਾਜਾਂ ਦੇ ਗਠਨ ਦਾ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਤੁਸੀਂ ਯਾਦ ਰੱਖੋ ਜਿਹੜਾ ਅਨੁਛੇਦ ਨੰਬਰ 2 ਹੈ ਉਹ ਨਵੇਂ ਰਾਜਾਂ ਦੇ ਗਠਨ ਬਾਰੇ ਦੱਸਿਆ ਗਿਆ। ਜਿਹੜਾ ਆਪਣਾ ਅਨੁਛੇਦ ਨੰਬਰ 3 ਹੈ ਉਸ ਵਿੱਚ ਕੀ ਦੱਸਿਆ ਗਿਆ ਹੈ? ਉਸ ਵਿੱਚ ਦੱਸਿਆ ਗਿਆ ਹੈ ਆਪਣਾ ਜਿਹੜਾ ਅਨੁਛੇਦ ਨੰਬਰ 3 ਉਸ ਵਿੱਚ ਦੱਸਿਆ ਰਾਜਾਂ ਦੀ ਸੀਮਾ ਵਿੱਚ ਪਰਿਵਰਤਨ ਦਾ ਨਾਮ ਬਦਲਣਾ। ਠੀਕ ਹੈ, ਜਿਹੜੀ ਰਾਜਾਂ ਦੀ ਸੀਮਾ ਹੁੰਦੀ ਹੈ ਉਹਨਾਂ ਦਾ ਨਾਮ ਬਦਲਣਾ, ਉਸ ਬਾਰੇ ਜ਼ਿਕਰ ਕੀਤਾ ਗਿਆ ਹੈ। ਠੀਕ ਹੈ, ਅਤੇ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਤਾਂ ਟੋਟਲ ਆਪਣੇ ਕੋਲ ਕਿੰਨੇ ਅਨੁਛੇਦ ਸੀ? ਉਸ ਟਾਈਮ ਆਪਣੇ ਕੋਲ 395 ਅਨੁਛੇਦ ਬਣੇ ਸੀ। ਠੀਕ ਹੈ ਜੀ, ਅਤੇ ਹੁਣ ਅੱਜ ਦੇ ਵਰਤਮਾਨ ਸਮੇਂ ਵਿੱਚ ਟੋਟਲ ਕਿੰਨੇ ਅਨੁਛੇਦ ਨੇ? ਠੀਕ ਹੈ, ਉਹ ਆਪਣੇ ਕੋਲ ਹੈਗੇ ਨੇ ਹੁਣ 465 ਪਲੱਸ ਅਨੁਛੇਦ ਬਣੇ ਹੋਏ ਨੇ। ਠੀਕ ਹੈ, ਜਦੋਂ ਆਪਣਾ ਨਵਾਂ ਸੰਵਿਧਾਨ ਬਣਿਆ ਸੀ ਉਸ ਟਾਈਮ ਆਪਣੇ ਕੋਲ 395 ਅਨੁਛੇਦ ਸੀ ਅਤੇ ਹੁਣ ਵਰਤਮਾਨ ਦੇ ਸਮੇਂ ਵਿੱਚ ਟੋਟਲ ਆਪਣੇ ਕੋਲ 465 ਅਨੁਛੇਦ ਨੇ। ਠੀਕ ਹੈ, ਅੱਗੇ ਕੁਐਸਚਨ ਨੰਬਰ 2, ਭਾਰਤੀ ਸੰਵਿਧਾਨ ਵਿੱਚ ਸੰਸ਼ੋਧਨ ਕਿਹੜੇ ਆਰਟੀਕਲ ਤਹਿਤ ਹੁੰਦਾ ਹੈ? ਠੀਕ ਹੈ, ਜਿਹੜਾ ਆਪਣਾ ਭਾਰਤੀ ਸੰਵਿਧਾਨ ਵਿੱਚ ਜਿਹੜਾ ਸੰਸ਼ੋਧਨ ਆ ਉਹ ਕਿਹੜੇ ਆਰਟੀਕਲ ਦੇ ਤਹਿਤ ਹੁੰਦਾ ਹੈ? ਆਪਣੇ ਕੋਲ ਆਪਸ਼ਨ ਨੇ 17 ਆਰਟੀਕਲ ਨੰਬਰ, 125, 368 ਜਾਂ 398। ਠੀਕ ਹੈ, ਇਸ ਦਾ ਉੱਤਰ ਕੀ ਹੈ ਆਪਣੇ ਕੋਲ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਸੀ, ਹੀ ਇਜ਼ ਦਾ ਰਾਈਟ ਆਨਸਰ। 368 ਨੰਬਰ ਆਰਟੀਕਲ ਦੇ ਵਿੱਚ ਸੰਸ਼ੋਧਨ ਬਾਰੇ ਦੱਸਿਆ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 3, ਪਹਿਲਾ ਸੰਵਿਧਾਨ ਸੰਸ਼ੋਧਨ ਕਦੋਂ ਕੀਤਾ ਗਿਆ ਸੀ? ਜਿਹੜਾ ਆਪਣਾ ਪਹਿਲਾ ਸੰਵਿਧਾਨ ਸੰਸ਼ੋਧਨ ਸੀ ਉਹ ਕਦੋਂ ਕੀਤਾ ਗਿਆ ਸੀ? ਆਪਸ਼ਨ ਨੇ 1952 ਨੂੰ, 1953, 1951 ਜਾਂ 1960 ਨੂੰ। ਠੀਕ ਹੈ, ਜਿਹੜਾ ਆਪਣਾ ਪਹਿਲਾ ਸੰਵਿਧਾਨ ਸੰਸ਼ੋਧਨ ਸੀ ਉਹ ਕਦੋਂ ਕੀਤਾ ਗਿਆ ਸੀ? ਉਹ ਕੀਤਾ ਗਿਆ ਸੀ 1951 ਨੂੰ। ਠੀਕ ਹੈ, ਆਪਸ਼ਨ ਨੰਬਰ ਸੀ 1951 ਨੂੰ ਪਹਿਲਾ ਸੰਵਿਧਾਨ ਸੰਸ਼ੋਧਨ। ਠੀਕ ਹੈ, ਅੱਗੇ ਕੁਐਸਚਨ ਨੰਬਰ 4, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਮੂਲ ਅਧਿਕਾਰਾਂ ਸੰਬੰਧੀ ਸਹੀ ਨਹੀਂ ਹੈ? ਠੀਕ ਹੈ, ਜਿਹੜੇ ਆਪਣੇ ਇਹਨਾਂ ਵਿੱਚੋਂ ਕਥਨ ਹੈ ਉਹਨਾਂ ਕਿਹੜਾ ਮੂਲ ਅਧਿਕਾਰਾਂ ਸੰਬੰਧੀ ਸਹੀ ਨਹੀਂ ਹੈ? ਆਪਣੇ ਕੋਲ ਆਪਸ਼ਨ ਨੇ ਆਜ਼ਾਦੀ ਦਾ ਅਧਿਕਾਰ 19 ਤੋਂ 22, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ 32, ਸਮਾਨਤਾ ਦਾ ਅਧਿਕਾਰ 25 ਤੋਂ ਲੈ ਕੇ 28 ਤੱਕ ਹੈ। ਠੀਕ ਹੈ, ਜਿਹੜਾ ਸਿੱਖਿਆ ਅਤੇ ਸਾਹਿਤ ਦਾ ਅਧਿਕਾਰ ਹੈ 29 ਤੋਂ 30 ਤੱਕ ਹੈ। ਠੀਕ ਹੈ, ਇਹਨਾਂ ਵਿੱਚੋਂ ਮੂਲ ਕਥਨ ਕਿਹੜਾ ਸਹੀ ਨਹੀਂ ਹੈ? ਠੀਕ ਹੈ, ਇਸ ਦਾ ਆਨਸਰ ਕੀ ਹੈ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਸੀ, ਸਮਾਨਤਾ ਦਾ ਅਧਿਕਾਰ 25 ਤੋਂ ਲੈ ਕੇ 28 ਤੱਕ। ਠੀਕ ਹੈ ਜੀ, ਜਿਹੜਾ ਆਪਣਾ ਆਜ਼ਾਦੀ ਦਾ ਅਧਿਕਾਰ ਹੈ ਉਹ ਵੀ ਸਹੀ ਹੈ, ਆਪਣੇ ਕੋਲ 19 ਤੋਂ 22 ਲੈ ਕੇ ਆਰਟੀਕਲ ਦੇ ਵਿੱਚ ਆਉਂਦਾ। ਠੀਕ ਹੈ, ਜਿਹੜਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਹੈ ਉਹ 32 ਨੰਬਰ ਆਰਟੀਕਲ ਦੇ ਵਿੱਚ ਆਉਂਦਾ। ਠੀਕ ਹੈ, ਜਿਹੜਾ ਸਿੱਖਿਆ ਅਤੇ ਸਾਹਿਤ ਦਾ ਅਧਿਕਾਰ ਹੈ ਉਹ ਵੀ ਆਪਣਾ 29 ਤੋਂ ਲੈ ਕੇ 30 ਦੇ ਆਰਟੀਕਲ ਵਿੱਚ ਆਉਂਦਾ। ਪਰ ਜਿਹੜਾ ਸਮਾਨਤਾ ਦਾ ਅਧਿਕਾਰ ਹੈ ਇਹ 25 ਤੋਂ ਲੈ ਕੇ 28 ਦੇ ਆਰਟੀਕਲ ਵਿੱਚ ਨਹੀਂ ਆਉਂਦਾ। ਜਿਹੜਾ 25 ਤੋਂ ਲੈ ਕੇ 28 ਦੇ ਆਰਟੀਕਲ ਵਿੱਚ ਕੀ ਆਉਂਦਾ ਹੈ ਆਪਣੇ ਕੋਲ? ਉਸ ਵਿੱਚ ਧਾਰਮਿਕ ਸਮਾਨਤਾ ਦਾ ਅਧਿਕਾਰ ਆ ਜਾਂਦਾ ਹੈ। ਠੀਕ ਹੈ, ਉਸ ਵਿੱਚ ਧਾਰਮਿਕ ਸਮਾਨਤਾ ਦਾ ਅਧਿਕਾਰ ਹੁੰਦਾ ਹੈ 25 ਤੋਂ ਲੈ ਕੇ 28 ਆਰਟੀਕਲ ਦੇ ਵਿੱਚ। ਠੀਕ ਹੈ, ਧਾਰਮਿਕ ਸਮਾਨਤਾ ਦਾ ਅਧਿਕਾਰ। ਅੱਗੇ ਗੱਲ ਕਰੀਏ ਆਪਾਂ ਕੁਐਸਚਨ ਨੰਬਰ 5, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਾਨੂੰਨ ਬਾਰੇ ਬਰਾਬਰ ਦੀ ਗੱਲ ਕਰਦਾ ਹੈ? ਠੀਕ ਹੈ, ਜਿਹੜਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਆ ਜਿਹੜਾ ਕਾਨੂੰਨ ਬਾਰੇ ਬਰਾਬਰ ਦੀ ਗੱਲ ਕਰਦਾ ਹੈ? ਆਪਣੇ ਕੋਲ ਆਪਸ਼ਨ ਨੇ ਅਨੁਛੇਦ ਨੰਬਰ 15, ਅਨੁਛੇਦ ਨੰਬਰ 14, ਅਨੁਛੇਦ 16 ਜਾਂ ਅਨੁਛੇਦ 19। ਠੀਕ ਹੈ, ਇਸ ਦਾ ਆਨਸਰ ਕੀ ਹੋਵੇਗਾ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ, 14 ਨੰਬਰ ਅਨੁਛੇਦ। ਠੀਕ ਹੈ, ਜਿਹੜਾ ਅਨੁਛੇਦ ਕਾਨੂੰਨ ਦੀ ਬਰਾਬਰ ਦੀ ਗੱਲ ਕਰਦਾ ਹੈ ਉਹ ਹੋਏਗਾ 14 ਨੰਬਰ ਅਨੁਛੇਦ। ਠੀਕ ਹੈ,
ਅੱਗੇ ਕੁਐਸਚਨ ਨੰਬਰ 6 16ਵਾਂ ਸੰਵਿਧਾਨ ਸੰਸ਼ੋਧਨ ਕਦੋਂ ਹੋਇਆ ਸੀ। ਜਿਹੜਾ ਆਪਣਾ 16ਵਾਂ ਸੰਵਿਧਾਨ ਸੰਸ਼ੋਧਨ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਪੇਪਰ ਦੇ ਵਿੱਚ ਰਿਪੀਟ ਹੋ ਚੁੱਕਿਆ। ਠੀਕ ਹੈ, ਇਸ ਦਾ ਆਪਸ਼ਨ ਨੇ 1961 ਨੂੰ, 1963 ਨੂੰ, 1964 ਜਾਂ 1965। ਠੀਕ ਹੈ, ਜਿਹੜਾ ਆਪਣਾ 16ਵਾਂ ਸੰਵਿਧਾਨ ਸੰਸ਼ੋਧਨ ਹੈ ਉਹ ਕਦੋਂ ਹੋਇਆ ਸੀ, ਉਹ ਹੋਇਆ ਸੀ ਆਪਣੇ ਕੋਲ ਆਪਸ਼ਨ ਨੰਬਰ ਬੀ 1963 ਨੂੰ। ਠੀਕ ਹੈ, ਜਿਹੜਾ 16ਵਾਂ ਸੰਵਿਧਾਨ ਸੰਸ਼ੋਧਨ ਸੀ ਉਹ 1963 ਨੂੰ ਹੋਇਆ ਸੀ। ਠੀਕ ਹੈ, ਕਿਹੜੀ ਤਰੀਕ ਨੂੰ ਹੋਇਆ ਸੀ, ਜੇ ਕਈ ਵਾਰ ਆਹ ਪੁੱਛਣ ਲੱਗ ਜਾਂਦਾ। ਇਹ ਸੰਸ਼ੋਧਨ ਹੋਇਆ ਸੀ ਆਪਣੇ ਕੋਲ 5 ਅਕਤੂਬਰ ਨੂੰ। ਠੀਕ ਹੈ, 5 ਅਕਤੂਬਰ 1963 ਨੂੰ। ਠੀਕ ਹੈ, ਇਸ ਸੰਸ਼ੋਧਨ ਵਿੱਚ ਜਿਹੜਾ ਆਪਣਾ ਆਹ ਸੰਵਿਧਾਨ ਦਾ ਸੰਸ਼ੋਧਨ ਸੀ, ਇਸ ਵਿੱਚ ਹੈਗਾ ਕੀ ਸੀ, ਇਸ ਵਿੱਚ ਹੋਇਆ ਕੀ ਸੀ। ਜੇ ਇਸ ਵਿੱਚ ਸੀ ਕਿ ਜੇਕਰ ਕੋਈ ਸੂਬਾ ਕਿਸੇ ਦੇਸ਼ ਤੋਂ ਅਲੱਗ ਹੋਣ ਦੀ ਕਹਿੰਦਾ ਹੈ, ਠੀਕ ਹੈ, ਤਾਂ ਉਹ ਇਸ ਸੰਸ਼ੋਧਨ ਦੇ ਤਹਿਤ ਉਸ ਦੇ ਉੱਪਰ ਦੇਸ਼ ਵਿੱਚੋਂ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ ਅਤੇ ਉਸ ਨੂੰ ਅਵੈਧ ਘੋਸ਼ਿਤ ਕੀਤਾ ਜਾ ਸਕਦਾ। ਜਿਵੇਂ ਆਪਾਂ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਕਹਿੰਦਾ ਸੀ ਕਿ ਅਸੀਂ ਭਾਰਤ ਤੋਂ ਅਲੱਗ ਹੋਣਾ ਚਾਹੁੰਦੇ ਹਾਂ। ਜਿਹੜਾ ਪਹਿਲਾਂ 16ਵਾਂ ਸੰਵਿਧਾਨ ਸੰਸ਼ੋਧਨ ਤੋਂ ਪਹਿਲਾਂ ਸੀ ਤਾਂ ਉਹ ਅਲੱਗ ਹੋ ਸਕਦਾ ਸੀ, ਬਟ ਜਿਹੜਾ ਹੁਣ 16ਵਾਂ ਸੰਵਿਧਾਨ ਸੰਸ਼ੋਧਨ ਬਣ ਚੁੱਕਿਆ ਉਸ ਵਿੱਚ ਉਹ ਅਲੱਗ ਨਹੀਂ ਹੋ ਸਕਦਾ। ਜੇਕਰ ਉਹ ਅਲੱਗ ਹੋਣ ਦੀ ਗੱਲ ਕਰੇਗਾ ਤਾਂ ਇਸ ਸੰਸ਼ੋਧਨ ਦੇ ਤਹਿਤ ਉਸ ਉੱਪਰ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਉਸ ਨੂੰ ਅਵੈਧ ਘੋਸ਼ਿਤ ਕੀਤਾ ਜਾ ਸਕਦਾ ਹੈ। ਠੀਕ ਹੈ, ਤਾਂ ਹੀ ਆਹ 16ਵਾਂ ਸੰਵਿਧਾਨ ਸੰਸ਼ੋਧਨ ਸ਼ੁਰੂ ਕੀਤਾ ਗਿਆ ਸੀ। ਠੀਕ ਹੈ, ਅੱਗੇ ਆਪਣਾ ਕੁਐਸਚਨ ਨੰਬਰ 7 ਮਿੰਨੀ ਸੰਵਿਧਾਨ ਕਿਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਇਹ ਵੀ ਕਈ ਵਾਰ ਕੁਐਸਚਨ ਐਗਜ਼ਾਮ ਦੇ ਵਿੱਚ ਆ ਚੁੱਕਿਆ। ਠੀਕ ਹੈ, ਜਿਹੜਾ ਮਿੰਨੀ ਸੰਵਿਧਾਨ ਹੈ ਉਹ ਕਿਸ ਨੂੰ ਕਿਹਾ ਗਿਆ ਹੈ। ਠੀਕ ਹੈ, ਆਪਸ਼ਨ ਹੈ ਆਪਣੇ ਕੋਲ 61ਵੇਂ ਸੰਸ਼ੋਧਨ ਨੂੰ, 42ਵੇਂ ਸੰਸ਼ੋਧਨ ਨੂੰ, 91ਵੇਂ ਸੰਸ਼ੋਧਨ ਨੂੰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਠੀਕ ਹੈ, ਜਿਹੜਾ ਆਪਣਾ ਮਿੰਨੀ ਸੰਵਿਧਾਨ ਹੈ ਉਹ ਕਿਸ ਨੂੰ ਕਿਹਾ ਗਿਆ, ਇਸ ਦਾ ਆਨਸਰ ਕੀ ਹੋਵੇਗਾ। ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ 42ਵੇਂ ਸੰਸ਼ੋਧਨ ਨੂੰ। ਠੀਕ ਹੈ, ਆਪਣਾ ਜਿਹੜਾ 42ਵਾਂ ਸੰਸ਼ੋਧਨ ਹੈ ਉਸ ਵਿੱਚ ਕੀ ਸੀ, ਇਸ ਸੰਸ਼ੋਧਨ ਵਿੱਚ ਕਾफ़ी ਚੀਜ਼ਾਂ ਐਡ ਕੀਤੀਆਂ ਗਈਆਂ ਸੀ। ਜਿਹੜਾ ਆਪਣਾ 42ਵਾਂ ਸੰਸ਼ੋਧਨ ਬਣਿਆ ਸੀ ਨਾ, ਇਸ ਵਿੱਚ ਕਾफ़ੀ ਚੀਜ਼ਾਂ ਐਡ ਹੋ ਗਈਆਂ ਸੀ, ਜਿਵੇਂ ਆਪਣੇ ਲਾ ਲਈਏ ਮੂਲ ਕਰਤੱਵ। ਠੀਕ ਹੈ, ਇਹ ਮੂਲ ਕਰਤੱਵ ਨੇ ਜਿਹੜੇ ਉਹ 42ਵੇਂ ਸੰਸ਼ੋਧਨ ਦੇ ਤਹਿਤ ਹੀ ਐਡ ਕੀਤੇ ਗਏ ਸੀ। ਠੀਕ ਹੈ, ਅਤੇ ਇਹ ਜਿਹੜਾ ਆਪਣਾ ਸੰਸ਼ੋਧਨ ਹੈ 42ਵਾਂ, ਇਹ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈ। ਠੀਕ ਹੈ, ਇਹ ਆਉਂਦਾ ਹੈ ਆਪਣਾ 51A ਆਰਟੀਕਲ ਦੇ ਵਿੱਚ। ਠੀਕ ਹੈ, ਜਿਹੜਾ ਮਿੰਨੀ ਸੰਵਿਧਾਨ ਹੈ ਉਹ 51A ਆਰਟੀਕਲ ਦੇ ਵਿੱਚ ਆਉਂਦਾ ਹੈ। ਠੀਕ ਹੈ, ਆਪਾਂ ਇੱਕ ਗੱਲ ਕਰੀਏ ਕਿ ਜੇ ਇੱਕ ਆਪਣੇ ਕੋਲ ਸੰਵਿਧਾਨ ਦੀ ਪ੍ਰਸਤਾਵਨਾ ਹੁੰਦੀ ਹੈ, ਤੁਹਾਨੂੰ ਯਾਦ ਹੋਵੇ ਕਿ ਜਿਹੜਾ ਆਪਣੇ ਸੰਵਿਧਾਨ ਦੀ ਪ੍ਰਸਤਾਵਨਾ ਹੈ ਉਸ ਪ੍ਰਸਤਾਵਨਾ ਵਿੱਚ ਜਿਹੜਾ ਕੀ ਕੁਝ ਐਡ ਕੀਤਾ ਗਿਆ ਸੀ। ਠੀਕ ਹੈ, ਜਿਹੜਾ ਸੰਵਿਧਾਨ ਦੀ ਪ੍ਰਸਤਾਵਨਾ ਹੁੰਦੀ ਹੈ ਉਸ ਵਿੱਚ ਕੀ ਐਡ ਕੀਤਾ ਗਿਆ ਸੀ। ਠੀਕ ਹੈ, ਉਸ ਵਿੱਚ ਕੀਤਾ ਗਿਆ ਸੀ ਨੰਬਰ 1 ਤੇ ਏਕਤਾ। ਠੀਕ ਹੈ, ਏਕਤਾ ਹੋ ਗਈ। ਠੀਕ ਹੈ, ਅਖੰਡਤਾ, ਧਰਮ ਨਿਰਪੇਖਤਾ ਤੇ ਸਮਾਜਵਾਦੀ। ਠੀਕ ਹੈ, ਇਹ 4 ਚੀਜ਼ਾਂ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਐਡ ਕੀਤੀਆਂ ਗਈਆਂ ਸੀ। ਇਹ ਕਿਸ ਦੇ ਤਹਿਤ ਐਡ ਕੀਤੀਆਂ ਗਈਆਂ ਸੀ, ਇਹ ਵੀ 42ਵੇਂ ਸੰਸ਼ੋਧਨ ਦੇ ਤਹਿਤ ਸੰਵਿਧਾਨ ਦੇ ਪ੍ਰਸਤਾਵਨਾ ਵਿੱਚ ਐਡ ਕੀਤੀਆਂ। ਕਈ ਵਾਰ ਆਪਣੇ ਕੋਲ ਪ੍ਰਸ਼ਨ ਆ ਜਾਂਦਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੇ ਤਹਿਤ ਏਕਤਾ, ਜਿਹੜੀ ਅਖੰਡਤਾ ਤੇ ਧਰਮ ਸਮਾਜਵਾਦੀ ਕਿਸ ਸੰਸ਼ੋਧਨ ਦੇ ਤਹਿਤ ਐਡ ਕੀਤੀਆਂ ਗਈਆਂ ਸੀ, ਉਹ ਕੀਤੀਆਂ ਗਈਆਂ ਸੀ ਆਪਣੀਆਂ 42ਵੇਂ ਸੰਸ਼ੋਧਨ ਦੇ ਤਹਿਤ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਵੈਰੀ ਇੰਪੋਰਟੈਂਟ ਕੁਐਸਚਨ ਹੈ ਆਹ। ਅੱਗੇ ਕੁਐਸਚਨ ਨੰਬਰ 8 ਭਾਰਤੀ ਸੰਵਿਧਾਨ ਦਾ ਕਿਹੜੇ ਅਨੁਛੇਦ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਆਪਸ਼ਨ ਹੈ ਆਪਣੇ ਕੋਲ 33, 32, 31 ਜਾਂ 19। ਠੀਕ ਹੈ, ਜਿਹੜਾ ਆਪਣਾ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਆ ਜਿਹੜਾ ਜਿਸ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ, ਇਸ ਦਾ ਆਨਸਰ ਕੀ ਹੋਵੇਗਾ। ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ 32 ਨੰਬਰ ਅਨੁਛੇਦ ਨੂੰ ਸੰਵਿਧਾਨ ਦੀ ਆਤਮਾ ਵੀ ਕਿਹਾ ਜਾਂਦਾ। ਠੀਕ ਹੈ, ਇਹ ਜਿਹੜਾ ਕਥਨ ਹੈ ਇਹ ਕਿਸ ਨੇ ਕਿਹਾ ਸੀ। ਠੀਕ ਹੈ, ਇਹ ਕਥਨ ਕਿਹਾ ਸੀ ਡਾਕਟਰ ਭੀਮ ਰਾਓ ਅੰਬੇਦਕਰ ਨੇ। ਕਈ ਵਾਰ ਇਹ ਕਥਨ ਪੁੱਛ ਲੱਗ ਜਾਂਦੇ ਨੇ ਕਿ ਸੰਵਿਧਾਨ ਦੀ ਆਤਮਾ ਜਿਹੜਾ ਕਥਨ ਹੈ ਉਹ ਕਿਸ ਨੇ ਕਿਹਾ ਸੀ, ਉਹ ਕਿਹਾ ਸੀ ਡਾਕਟਰ ਭੀਮ ਰਾਏ ਅੰਬੇਦਕਰ ਨੇ। ਠੀਕ ਹੈ, ਡਾਕਟਰ ਭੀਮ ਰਾਓ ਅੰਬੇਦਕਰ। ਠੀਕ ਹੈ, ਜਿਹੜਾ ਆਪਣਾ ਅਨੁਛੇਦ ਨੰਬਰ 32 ਹੈ। ਠੀਕ ਹੈ, ਆਪਾਂ ਥੋੜ੍ਹੀ ਹੋਰ ਗੱਲ ਕਰ ਲੈਂਦੇ ਹਾਂ, ਇਸਨੂੰ ਐਕਸਪਲੇਨ ਕਰ ਲੈਂਦੇ ਹਾਂ। ਜਿਹੜਾ ਆਪਣਾ ਅਨੁਛੇਦ ਨੰਬਰ 32 ਹੈ ਉਸ ਦੇ ਤਹਿਤ ਜਿਹੜਾ ਸੁਪਰੀਮ ਕੋਰਟ ਹੈ ਉਹ 5 ਪ੍ਰਕਾਰ ਦੀ ਰਿਟ ਜਾਰੀ ਕਰ ਸਕਦਾ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਠੀਕ ਹੈ, ਜਿਹੜਾ ਆਹ ਅਨੁਛੇਦ ਨੰਬਰ 32 ਹੈ ਇਸ ਤਹਿਤ ਜਿਹੜਾ ਸੁਪਰੀਮ ਕੋਰਟ ਹੈ ਉਹ 5 ਪ੍ਰਕਾਰ ਦੀ ਰਿਟ ਜਾਰੀ ਕਰ ਸਕਦਾ। ਠੀਕ ਹੈ, 5 ਪ੍ਰਕਾਰ ਦੀ ਰਿਟ ਜਾਰੀ ਕਰ ਸਕਦਾ। ਅੱਗੇ ਕੁਐਸਚਨ ਨੰਬਰ 9 ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਮੂਲ ਅਧਿਕਾਰਾਂ ਦੀ ਸੰਖਿਆ 7 ਤੋਂ 6 ਕਰ ਦਿੱਤੀ ਗਈ ਹੈ। ਠੀਕ ਹੈ, ਇੱਕ ਵਾਰੀ ਹੋਰ ਸੁਣ ਲਿਓ ਕੁਐਸਚਨ, ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਮੂਲ ਅਧਿਕਾਰਾਂ ਦੀ ਸੰਖਿਆ 7 ਤੋਂ 6 ਕਰ ਦਿੱਤੀ ਗਈ। ਆਪਣੇ ਕੋਲ ਆਪਸ਼ਨ ਨੇ 44 ਸੰਸ਼ੋਧਨ ਦੇ ਤਹਿਤ, 42, 41 ਜਾਂ 16। ਠੀਕ ਹੈ, ਇਸ ਦਾ ਆਨਸਰ ਕੀ ਹੋਵੇਗਾ। ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ 44ਵੇਂ ਸੰਸ਼ੋਧਨ ਦੇ ਤਹਿਤ ਜਿਹੜੀ ਅਧਿਕਾਰਾਂ ਦੀ ਸੰਖਿਆ 7 ਤੋਂ 6 ਕਰ ਦਿੱਤੀ ਗਈ ਹੈ। ਠੀਕ ਹੈ,
ਇਹ ਜਿਹੜਾ ਕਦੋਂ ਕੀਤਾ ਗਿਆ ਸੀ ਇਹ ਸੰਸ਼ੋਧਨ, ਜਿਹੜੀ 7 ਤੋਂ 6 ਕਰ ਦਿੱਤੀ ਅਧਿਕਾਰਾਂ ਦੀ ਸੰਖਿਆ, ਇਹ ਕਦੋਂ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ 1978 ਨੂੰ, 1978 ਨੂੰ। ਠੀਕ ਹੈ, ਅੱਗੇ ਕੁਐਸਚਨ ਨੰਬਰ 10, 52ਵੇਂ ਸੰਵਿਧਾਨ ਸੰਸ਼ੋਧਨ ਨੂੰ ਕਿਸ ਸੂਚੀ ਵਿੱਚ ਰੱਖਿਆ ਗਿਆ ਹੈ? ਜਿਹੜਾ ਆਪਣਾ 52ਵਾਂ ਸੰਵਿਧਾਨ ਸੰਸ਼ੋਧਨ ਹੈ ਉਸ ਨੂੰ ਕਿਸ ਸੂਚੀ ਵਿੱਚ ਰੱਖਿਆ ਗਿਆ ਹੈ? ਆਪਸ਼ਨ ਨੇ 12ਵੀਂ ਸੂਚੀ, 10ਵੀਂ, ਚੌਥੀ ਜਾਂ 6ਵੀਂ ਸੂਚੀ ਵਿੱਚ। ਠੀਕ ਹੈ, ਇਸ ਦਾ ਆਨਸਰ ਕੀ ਹੈ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ, 10ਵੀਂ ਸੂਚੀ ਦੇ ਵਿੱਚ ਰੱਖਿਆ ਗਿਆ। ਜਿਹੜਾ ਆਪਣਾ 52ਵਾਂ ਸੰਵਿਧਾਨ ਸੰਸ਼ੋਧਨ ਹੈ ਉਸ ਨੂੰ 10ਵੀਂ ਸੂਚੀ ਦੇ ਵਿੱਚ ਰੱਖਿਆ ਗਿਆ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 11, ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ, ਇਹ ਕਿਹੜੇ ਅਨੁਛੇਦ ਵਿੱਚ ਗੱਲ ਕੀਤੀ ਗਈ ਹੈ? ਠੀਕ ਹੈ, ਆਪਸ਼ਨ ਹੈ ਆਪਣੇ ਕੋਲ 52, 53, 54 ਜਾਂ 55। ਠੀਕ ਹੈ, ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ, ਇਹ ਕਿਹੜੇ ਅਨੁਛੇਦ ਵਿੱਚ ਗੱਲ ਕੀਤੀ ਗਈ ਹੈ? ਠੀਕ ਹੈ, ਇਸ ਦਾ ਆਨਸਰ ਕੀ ਹੈ ਆਪਣੇ ਕੋਲ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ, 52 ਨੰਬਰ ਅਨੁਛੇਦ ਦੇ ਵਿੱਚ ਇਹ ਗੱਲ ਕਹੀ ਗਈ ਹੈ। ਠੀਕ ਹੈ, ਜੇਕਰ ਆਪਣਾ ਉਪ ਰਾਸ਼ਟਰਪਤੀ ਬਾਰੇ ਪੁੱਛਿਆ ਜਾਵੇ ਤਾਂ ਉਹ ਕਿਹੜੇ ਅਨੁਛੇਦ ਵਿੱਚ ਹੈ? ਉਹ ਹੈਗਾ ਆਪਣਾ 63 ਨੰਬਰ ਅਨੁਛੇਦ ਦੇ ਵਿੱਚ। ਠੀਕ ਹੈ, ਤੇ ਆਪਾਂ ਥੋੜ੍ਹੀ ਜਿਹੀ ਹੋਰ ਗੱਲ ਕਰ ਲਈਏ ਇਸ ਦੇ ਬਾਰੇ, ਜਿਹੜੇ ਇੰਪੋਰਟੈਂਟ ਕੁਐਸਚਨ ਨੇ। ਜਿਹੜਾ ਆਪਣਾ ਪਾਵਰ ਆਫ ਯੂਨੀਅਨ ਹੈ ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਹੈ, ਅਨੁਛੇਦ ਵਿੱਚ ਆਉਂਦਾ? ਉਹ ਆਉਂਦਾ ਆਪਣਾ 53 ਨੰਬਰ ਅਨੁਛੇਦ ਦੇ ਵਿੱਚ। ਠੀਕ ਹੈ, ਤੇ ਇਲੈਕਸ਼ਨ ਆਫ ਪ੍ਰੈਜ਼ੀਡੈਂਟ 54 ਨੰਬਰ ਵਿੱਚ। ਠੀਕ ਹੈ, ਤੇ ਪ੍ਰੈਜ਼ੀਡੈਂਟ ਆਫ ਆਫਿਸ ਟਰਮ, ਜਿਹੜਾ ਪ੍ਰੈਜ਼ੀਡੈਂਟ ਦਾ ਕੰਮਕਾਰ ਹੁੰਦਾ ਉਸ ਦਾ ਜ਼ਿਕਰ ਕਿੱਥੇ ਕੀਤਾ ਗਿਆ? ਉਹ 56 ਨੰਬਰ ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਅੱਗੇ ਪ੍ਰੈਜ਼ੀਡੈਂਟ ਕੁਆਲੀਫਿਕੇਸ਼ਨ, ਉਸ ਦੀ ਯੋਗਤਾ ਬਾਰੇ 58 ਨੰਬਰ। ਠੀਕ ਹੈ ਜੀ, ਤੇ ਪ੍ਰੈਜ਼ੀਡੈਂਟ ਔਥ ਬਾਰੇ ਆਹ ਕਾਫੀ ਵਾਰ ਕੁਐਸਚਨ ਪੁੱਛਿਆ ਗਿਆ ਕਿ ਪ੍ਰੈਜ਼ੀਡੈਂਟ ਔਥ ਕਿਹੜੇ ਆਰਟੀਕਲ ਜਾਂ ਸੰਸ਼ੋਧਨ ਦੇ ਵਿੱਚ ਆਉਂਦਾ? ਉਹ ਆਉਂਦਾ ਆਪਣੇ ਕੋਲ 60 ਨੰਬਰ ਦੇ ਵਿੱਚ। ਠੀਕ ਹੈ, ਇਹ ਤੁਸੀਂ ਯਾਦ ਰੱਖੋ, ਇੰਪੋਰਟੈਂਟ ਕੁਐਸਚਨ ਕਾਫੀ ਵਾਰ ਰਿਪੀਟ ਹੋ ਚੁੱਕੇ ਨੇ। ਠੀਕ ਹੈ, ਅੱਗੇ ਕੁਐਸਚਨ ਨੰਬਰ 12, ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਵੋਟ ਪਾਉਣ ਦੀ ਸੀਮਾ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਹੈ? ਠੀਕ ਹੈ, ਆਪਣੇ ਕੋਲ ਆਪਸ਼ਨ ਹੈ 42, 44, 16 ਜਾਂ 61। ਠੀਕ ਹੈ, ਕਿਸ ਸੰਵਿਧਾਨ ਸੰਸ਼ੋਧਨ ਦੇ ਤਹਿਤ ਵੋਟ ਪਾਉਣ ਦੀ ਸੀਮਾ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਹੈ? ਇਸ ਦਾ ਆਨਸਰ ਕੀ ਹੋਵੇਗਾ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਡੀ, 61 ਨੰਬਰ ਸੰਵਿਧਾਨ ਸੰਸ਼ੋਧਨ ਦੇ ਤਹਿਤ ਜਿਹੜੀ ਵੋਟ ਪਾਉਣ ਦੀ ਸੀਮਾ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 13, 73 ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ? ਠੀਕ ਹੈ, ਆ ਵੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਯਾਦ ਰੱਖਿਓ, ਆਪਸ਼ਨ ਹੈ ਆਪਣੇ ਕੋਲ ਮੂਲ ਕਰਤੱਵਾਂ ਨੂੰ ਜੋੜਿਆ ਗਿਆ ਸੀ, ਜਾਂ ਮੂਲ ਅਧਿਕਾਰਾਂ ਨੂੰ ਘਟਾਇਆ ਗਿਆ ਸੀ, ਪੰਚਾਇਤੀ ਰਾਜ ਨੂੰ ਜੋੜਿਆ ਗਿਆ ਸੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਠੀਕ ਹੈ, ਜਿਹੜਾ ਆਪਣਾ 73ਵਾਂ ਸੰਵਿਧਾਨ ਸੰਸ਼ੋਧਨ ਹੈ ਉਸ ਤਹਿਤ ਕੀ ਕੀਤਾ ਗਿਆ ਸੀ? ਠੀਕ ਹੈ, ਇਸ ਦਾ ਆਨਸਰ ਕੀ ਹੋਵੇਗਾ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਸੀ, ਪੰਚਾਇਤੀ ਰਾਜ ਨੂੰ ਜੋੜਿਆ ਗਿਆ ਸੀ। ਠੀਕ ਹੈ, ਇਹ ਕਿਉਂ ਜੋੜਿਆ ਗਿਆ ਸੀ? ਇਹ ਕਿਉਂ ਬਣਾਇਆ ਗਿਆ ਸੀ? ਕਿਉਂਕਿ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਪਿੰਡਾਂ ਦੀ ਜਿਹੜੀ ਜਨਸੰਖਿਆ ਉਹ ਬਹੁਤ ਜ਼ਿਆਦਾ, ਅਤੇ ਇਹਨਾਂ ਦਾ ਵਿਕਾਸ ਕਰਨ ਲਈ ਪੰਚਾਇਤੀ ਰਾਜ ਨੂੰ 73ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ ਪੰਚਾਇਤੀ ਰਾਜ ਨੂੰ ਜੋੜਿਆ ਗਿਆ ਸੀ ਕਿ ਪਿੰਡਾਂ ਦਾ ਵਿਕਾਸ ਹੋ ਸਕੇ। ਠੀਕ ਹੈ, ਅੱਗੇ ਕੁਐਸਚਨ ਨੰਬਰ 14, 74 ਸੰਵਿਧਾਨ ਸੰਸ਼ੋਧਨ ਤਹਿਤ ਕੀ ਕੀਤਾ ਗਿਆ? ਠੀਕ ਹੈ, ਆਪਸ਼ਨ ਹੈ ਆਪਣੇ ਕੋਲ ਮੂਲ ਕਰਤੱਵਾਂ ਨੂੰ, ਮਿਊਨਿਸਪਲ ਕਾਰਪੋਰੇਸ਼ਨ ਨੂੰ ਜੋੜਿਆ ਗਿਆ, ਮੂਲ ਅਧਿਕਾਰਾਂ ਨੂੰ ਜੋੜਿਆ ਗਿਆ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਠੀਕ ਹੈ, ਜਿਹੜਾ 74ਵਾਂ ਸੰਵਿਧਾਨ ਸੰਸ਼ੋਧਨ ਇਸ ਵਿੱਚ ਕੀ ਕੀਤਾ ਗਿਆ? ਠੀਕ ਹੈ, ਜੇ ਆਪਾਂ ਗੱਲ ਕਰੀਏ 73ਵੇਂ ਜੀ, ਇਹਦੇ ਵਿੱਚ ਆਪਾਂ ਨੇ ਪੰਚਾਇਤੀ ਰਾਜ ਨੂੰ ਜੋੜਿਆ ਸੀ, ਕਿਉਂਕਿ ਪਿੰਡਾਂ ਦੀ ਜਿਹੜੀ ਸੰਖਿਆ ਸੀ ਉਹ ਜ਼ਿਆਦਾ ਸੀ, ਤਾਂ ਪਿੰਡਾਂ ਦਾ ਵਿਕਾਸ ਹੋ ਸਕੇ ਤਾਂ ਹੀ ਪੰਚਾਇਤੀ ਰਾਜ ਨੂੰ ਜੋੜਿਆ ਗਿਆ ਸੀ। ਪਰ ਜਿਹੜਾ 74ਵਾਂ ਸੰਵਿਧਾਨ ਸੰਸ਼ੋਧਨ ਜੋੜਿਆ ਗਿਆ ਉਹ ਕਿਉਂ ਜੋੜਿਆ ਗਿਆ ਸੀ? ਇਸ ਦਾ ਆਨਸਰ ਕੀ ਹੈ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ, ਮਿਊਨਿਸਪਲ ਕਾਰਪੋਰੇਸ਼ਨ ਨੂੰ ਜੋੜਿਆ ਗਿਆ, ਤਾਂ ਜੋ ਜਿਹੜਾ ਸ਼ਹਿਰੀ ਵਿਕਾਸ ਹੈ ਅਰਬਨ ਦਾ ਉਸ ਦਾ ਵੀ ਵਿਕਾਸ ਹੋ ਸਕੇ। ਠੀਕ ਹੈ, ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਇਸ ਨੂੰ ਆਪਾਂ ਸਹਿ ਸਹਿਕਾਰੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਸਹਿ ਸਹਿਕਾਰੀ। ਠੀਕ ਹੈ, ਮਿਊਨਿਸਪਲ ਕਾਰਪੋਰੇਸ਼ਨ ਨੂੰ ਜੋੜਿਆ ਗਿਆ ਸੀ 74ਵੇਂ ਸੰਵਿਧਾਨ ਸੰਸ਼ੋਧਨ ਦੇ ਤਹਿਤ। ਠੀਕ ਹੈ, ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਠੀਕ ਹੈ ਜੀ, ਅੱਗੇ ਕੁਐਸਚਨ ਨੰਬਰ 15, ਕਿਹੜੇ ਅਨੁਛੇਦ ਦੇ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਲਗਾਈ ਜਾ ਸਕਦੀ ਹੈ? ਠੀਕ ਹੈ, ਆਪਸ਼ਨ ਹੈ ਆਪਣੇ ਕੋਲ 61, 60, 62 ਜਾਂ 56। ਠੀਕ ਹੈ, ਕਿਹੜੇ ਅਨੁਛੇਦ ਦੇ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਲਗਾਈ ਜਾ ਸਕਦੀ ਹੈ? ਇਸ ਦਾ ਆਨਸਰ ਕੀ ਹੈ ਆਪਣੇ ਕੋਲ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ, 61। 61 ਅਨੁਛੇਦ ਦੇ ਤੌਰ 'ਤੇ ਰਾਸ਼ਟਰਪਤੀ ਉੱਤੇ ਮਹਾਦੋਸ਼ ਦੀ ਪ੍ਰਕਿਰਿਆ ਲਗਾਈ ਜਾ ਸਕਦੀ ਹੈ। ਠੀਕ ਹੈ, ਅੱਗੇ ਕੁਐਸਚਨ ਨੰਬਰ 16, ਰਾਸ਼ਟਰਪਤੀ ਦੀ ਪੋਸਟ ਕਿੰਨੇ ਸਮੇਂ ਤੱਕ ਖਾਲੀ ਰਹਿ ਸਕਦੀ ਹੈ? ਠੀਕ ਹੈ, ਜਿਹੜਾ ਰਾਸ਼ਟਰਪਤੀ ਹੁੰਦਾ ਹੈ ਉਹਦੀ ਪੋਸਟ ਹੈ ਜਿਹੜੀ ਉਹ ਕਿੰਨੇ ਸਮੇਂ ਤੱਕ ਖਾਲੀ ਰਹਿ ਸਕਦੀ ਹੈ? 6 ਮਹੀਨੇ ਤੱਕ, 3 ਮਹੀਨੇ ਤੱਕ, 14 ਦਿਨ ਜਾਂ 4 ਮਹੀਨੇ। ਠੀਕ ਹੈ, ਇਸ ਦਾ ਆਨਸਰ ਕੀ ਹੈ? ਇਸ ਦਾ ਆਨਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ, 6 ਮਹੀਨੇ। ਠੀਕ ਹੈ ਜੀ, ਆਪਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਰਾਸ਼ਟਰਪਤੀ ਦੀਆਂ ਚੋਣਾਂ ਕਰਨੀਆਂ ਜ਼ਰੂਰੀ, ਜਿਹੜੀ ਸਰਕਾਰ ਹੈ ਉਹਨਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਰਾਸ਼ਟਰਪਤੀ ਦੀਆਂ ਜਿਹੜੇ ਚੋਣਾਂ ਕਰਨੀਆਂ ਜ਼ਰੂਰੀ ਨੇ, ਲਾਜ਼ਮੀ ਨੇ। ਠੀਕ ਹੈ, ਜਿਹੜੀ ਖਾਲੀ ਪੋਸਟ ਆ ਉਹ ਸਿਰਫ 6 ਮਹੀਨੇ ਰਹਿ ਸਕਦੀ, ਇਸ ਤੋਂ ਬਾਅਦ ਇਹ ਪੋਸਟ ਖਾਲੀ ਨਹੀਂ ਰਹਿਣੀ ਚਾਹੀਦੀ। ਅੱਗੇ ਕੁਐਸਚਨ ਨੰਬਰ 17,
ਮੰਤਰੀ ਪ੍ਰੀਸ਼ਦ ਨਾਲ ਸੰਬੰਧਿਤ ਸੰਸ਼ੋਧਨ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਕੀਤਾ ਗਿਆ? ਠੀਕ ਹੈ, ਜਿਹੜਾ ਮੰਤਰੀ ਪ੍ਰੀਸ਼ਦ ਨਾਲ ਸੰਬੰਧਿਤ ਸੰਸ਼ੋਧਨ ਆ ਉਹ ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਕੀਤਾ ਗਿਆ ਹੈ? ਆਪਸ਼ਨ ਨੇ ਆਪਣੇ ਕੋਲ 42, 44, 73 ਜਾਂ 91। ਠੀਕ ਹੈ, ਇਸ ਦਾ ਆਂਸਰ ਕੀ ਹੋਵੇਗਾ ਆਪਣੇ ਕੋਲ? ਇਸ ਦਾ ਆਂਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਡੀ 91 ਸੰਸ਼ੋਧਨ ਦੇ ਤਹਿਤ। ਠੀਕ ਹੈ, ਜਿਹੜਾ ਮੰਤਰੀ ਪ੍ਰੀਸ਼ਦ ਨਾਲ ਸੰਬੰਧਿਤ ਸੰਸ਼ੋਧਨ ਆ ਉਹ 91 ਸੰਵਿਧਾਨ ਸੰਸ਼ੋਧਨ ਦੇ ਤਹਿਤ ਕੀਤਾ ਗਿਆ ਸੀ। ਠੀਕ ਹੈ, ਇਸ ਵਿੱਚ ਕੀ ਸੀ? ਇਸ ਵਿੱਚ ਜਿਹੜੀ ਆਪਣੀ ਲੋਕ ਸਭਾ ਅਤੇ ਰਾਜ ਸਭਾ ਦੇ ਜਿੰਨੇ ਵੀ ਮੈਂਬਰ ਨੇ, ਲੋਕ ਸਭਾ ਅਤੇ ਰਾਜ ਸਭਾ ਦੇ ਜਿੰਨੇ ਵੀ ਮੈਂਬਰ ਨੇ, ਉਹਨਾਂ ਦਾ ਜਿਹੜਾ 15% ਹਿੱਸਾ, ਠੀਕ ਹੈ, ਉਹਨਾਂ ਦਾ ਜਿਹੜਾ 15% ਹਿੱਸਾ ਉਹ ਮੰਤਰੀ ਪ੍ਰੀਸ਼ਦ ਹੋਵੇਗਾ। ਠੀਕ ਹੈ, ਜਿਹੜਾ ਇਸ ਸੰਵਿਧਾਨ ਸੰਸ਼ੋਧਨ ਵਿੱਚ ਕਿਹਾ ਗਿਆ ਸੀ ਲੋਕ ਸਭਾ ਅਤੇ ਰਾਜ ਸਭਾ ਦਾ ਜਿੰਨਾ ਵੀ ਹਿੱਸਾ ਹੋਵੇਗਾ ਅਤੇ ਜਿਹੜਾ ਆਪਣਾ ਇਹ ਸੰਸ਼ੋਧਨ ਹੈ, ਜੇ ਗੱਲ ਕਰੀਏ ਤਾਂ ਇਹ ਕਦੋਂ ਬਣਿਆ ਸੀ? ਇਹ ਬਣਿਆ ਸੀ ਆਪਣਾ 2003 ਨੂੰ। ਠੀਕ ਹੈ, ਅੱਗੇ ਆਪਣੇ ਕੋਲ ਕੁਐਸਚਨ ਨੰਬਰ 18 ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਭਾਸ਼ਾਵਾਂ ਦੀ ਸੰਖਿਆ ਵਧਾ ਕੇ 22 ਕਰ ਦਿੱਤੀ ਗਈ ਹੈ? ਠੀਕ ਹੈ, ਆਪਸ਼ਨ ਨੇ ਆਪਣੇ ਕੋਲ 92, 91, 42 ਜਾਂ 61। ਠੀਕ ਹੈ, ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਭਾਸ਼ਾਵਾਂ ਦੀ ਸੰਖਿਆ ਵਧਾ ਕੇ 22 ਕਰ ਦਿੱਤੀ ਗਈ ਹੈ? ਇਸ ਦਾ ਆਂਸਰ ਕੀ ਹੋਵੇਗਾ? ਇਸ ਦਾ ਆਂਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਏ 92 ਸੰਸ਼ੋਧਨ ਦੇ ਤਹਿਤ ਆ ਜਿਹੜੀ ਵੀ ਭਾਸ਼ਾਵਾਂ ਦੀ ਸੰਖਿਆ 18 ਤੋਂ ਵਧਾ ਕੇ 22 ਕਰ ਦਿੱਤੀ ਗਈ। ਜਿਹੜੀ ਪਹਿਲੀ ਭਾਸ਼ਾਵਾਂ ਸੀ ਨਾ, ਪਹਿਲਾਂ ਸਿਰਫ 18 ਭਾਸ਼ਾਵਾਂ ਸੀ। ਠੀਕ ਹੈ, ਹੁਣ ਵਧਾ ਕੇ ਕੀ ਕੀਤਾ ਉਹਨਾਂ ਨੇ? 92 ਸੰਸ਼ੋਧਨ ਤਹਿਤ ਉਹਨਾਂ ਦੀ ਸੰਖਿਆ ਕਿੰਨੀ ਕਰ ਦਿੱਤੀ ਗਈ? 22। ਠੀਕ ਹੈ, ਕੀ ਹੋਇਆ? 4 ਭਾਸ਼ਾਵਾਂ ਨੇ ਜਿਹੜੀਆਂ ਐਡ ਕਰ ਦਿੱਤੀਆਂ ਗਈਆਂ ਨੇ ਇਹਦੇ ਵਿੱਚ। ਠੀਕ ਹੈ, ਉਹ 4 ਭਾਸ਼ਾਵਾਂ ਕਿਹੜੀਆਂ ਕਿਹੜੀਆਂ ਨੇ ਆਪਣੇ ਕੋਲ? ਉਹ ਨੇ ਆਪਣੇ ਕੋਲ ਜਿਹੜੀ ਐਡ ਕੀਤੀ ਹੈ ਬੋਡੋ, ਇਹ ਤੁਸੀਂ ਯਾਦ ਰੱਖਿਓ 4 ਭਾਸ਼ਾਵਾਂ ਦੇ ਨਾਮ। ਬੋਡੋ ਹੋ ਗਈ, ਠੀਕ ਹੈ, ਡੋਗਰੀ ਹੋ ਗਈ, ਇੱਕ ਮੈਥਲੀ ਹੋ ਗਈ। ਠੀਕ ਹੈ ਜੀ, ਅਤੇ ਇੱਕ ਮੈਥਲੀ ਅਤੇ ਇੱਕ ਹੈਗੀ ਸੀ ਆਪਣੀ ਸੰਧਾਲੀ। ਠੀਕ ਹੈ, ਆਹ ਜਿਹੜੀਆਂ ਚਾਰ ਭਾਸ਼ਾਵਾਂ ਨੇ ਇਹ ਨਵੀਆਂ ਐਡ ਕੀਤੀਆਂ ਗਈਆਂ ਸੀ, ਸੰਧਾਲੀ। ਠੀਕ ਹੈ, ਅੱਗੇ ਕੁਐਸਚਨ ਨੰਬਰ 19 ਕੋਆਪਰੇਟਿਵ ਸੁਸਾਇਟੀ ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ? ਠੀਕ ਹੈ, ਸਹਿਜ ਸਹਿਕਾਰੀ, ਇਸ ਨੂੰ ਆਪਾਂ ਸਹਿਜ ਸਹਿਕਾਰੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਸਹਿਜ ਸਹਿਕਾਰੀ ਸੁਸਾਇਟੀ ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਦੇ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ ਸੀ? ਆਪਸ਼ਨ ਨੇ ਆਪਣੇ ਕੋਲ 101, 97, 91 ਜਾਂ 92। ਠੀਕ ਹੈ, ਇਸ ਦਾ ਆਂਸਰ ਕੀ ਹੈ ਆਪਣੇ ਕੋਲ? ਇਸ ਦਾ ਆਂਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ 97 ਸੰਸ਼ੋਧਨ ਦੇ ਤਹਿਤ ਸਹਿਜ ਸਹਿਕਾਰੀ ਨੂੰ ਸੰਵਿਧਾਨ ਦੇ ਵਿੱਚ ਜੋੜਿਆ ਗਿਆ ਸੀ। ਠੀਕ ਹੈ, ਇਹ ਕਦੋਂ ਜੋੜਿਆ ਗਿਆ ਸੀ? ਇਹ ਜੋੜਿਆ ਗਿਆ ਸੀ 2011 ਨੂੰ। ਠੀਕ ਹੈ, ਅੱਜ ਦਾ ਲਾਸਟ ਕੁਐਸਚਨ GST ਨੂੰ ਕਿਹੜੇ ਸੰਵਿਧਾਨ ਸੰਸ਼ੋਧਨ ਤਹਿਤ ਸੰਵਿਧਾਨ ਵਿੱਚ ਜੋੜਿਆ ਗਿਆ ਸੀ? ਠੀਕ ਹੈ, ਆਪਸ਼ਨ ਨੇ ਆਪਣੇ ਕੋਲ 97 ਸੰਵਿਧਾਨ ਸੰਸ਼ੋਧਨ ਦੇ ਤਹਿਤ, 101, 104 ਜਾਂ 91 ਸੰਵਿਧਾਨ ਸੰਸ਼ੋਧਨ ਦੇ ਤਹਿਤ। ਠੀਕ ਹੈ, ਜਿਹੜਾ GST ਆ ਉਸ ਨੂੰ ਸੰਵਿਧਾਨ ਦੇ ਸੰਸ਼ੋਧਨ ਦੇ ਕਿਹੜੇ ਸੰਵਿਧਾਨ ਵਿੱਚ ਜੋੜਿਆ ਗਿਆ ਸੀ? ਇਸ ਦਾ ਆਂਸਰ ਕੀ ਹੋਵੇਗਾ? ਇਸ ਦਾ ਆਂਸਰ ਹੈ ਆਪਣੇ ਕੋਲ ਆਪਸ਼ਨ ਨੰਬਰ ਬੀ 101 ਸੰਵਿਧਾਨ ਸੰਸ਼ੋਧਨ ਦੇ ਤਹਿਤ। ਠੀਕ ਹੈ ਜੀ, ਇਹ ਕਦੋਂ ਜੋੜਿਆ ਗਿਆ ਸੀ ਜੇ ਆਹ ਪੁੱਛਿਆ ਜਾਵੇ ਤਾਂ ਇਹ ਜੋੜਿਆ ਗਿਆ ਸੀ 2016 ਨੂੰ। ਠੀਕ ਹੈ ਜੀ, ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰਿਓ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਸੋ ਮੱਚ।